ਅਤੇ ਰੂਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਮਸੀਹ ਦੇ ਵਿੱਚ ਪਿਆਰੇ ਭਰਾਵੋ ਤੇ ਭੈਣੋ, ਅੱਜ ਦੇ ਦੂਜੇ ਪਾਠ ਵਿੱਚ ਸੰਤ ਯਹੂਨਾ ਦਾ ਪਹਿਲਾ ਪੱਤਰ, ਉਹਦਾ 4 ਬਾਬ, ਉਹਦੀ 8 ਆਇਤ ਵਿੱਚ ਵਚਨ ਕਹਿੰਦਾ ਹੈ, ਪਰਮੇਸ਼ਵਰ ਪਿਆਰ ਹੈ। ਜਿਸ ਸਮੇਂ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਪਰਮੇਸ਼ਵਰ ਪਿਆਰ ਹੈ, ਇਸ ਦਾ ਅਰਥ ਹੈ ਕਿ ਪਰਮੇਸ਼ਵਰ ਹੋਰ ਕੁਝ ਨਹੀਂ ਹੋ ਸਕਦਾ। ਇਹ ਉਹਦੇ ਲਈ ਸੁਭਾਵਿਕ ਹੈ ਕਿ ਉਹ ਪਿਆਰ ਕਰੇ। ਖੁਦਾ ਦੇ ਨੇਚਰ, ਖੁਦਾ ਦੇ ਸੁਭਾਅ ਦੇ ਨਾਲ ਉਹ ਸਾਰਿਆਂ ਨੂੰ ਹਮੇਸ਼ਾ ਪਿਆਰ ਕਰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਉਹ ਇਨਸਾਨ ਦੇ ਵੱਲ ਵੇਖਦਾ ਹੈ, ਪਾਪ ਦੀ ਹਾਲਤ ਦੇ ਵਿੱਚ, ਦੁੱਖ ਦੀ ਹਾਲਤ ਦੇ ਵਿੱਚ, ਬਿਮਾਰੀ ਦੀ ਹਾਲਤ ਵਿੱਚ, ਪਰਮੇਸ਼ਰ ਆਪਣੇ ਆਪ ਨੂੰ ਰੋਕ ਨਹੀਂ ਸਕਦਾ। ਪਵਿੱਤਰ ਬਾਈਬਲ ਦੇ ਵਿੱਚ ਅਜਿਹੇ ਬਹੁਤ ਸਾਰੇ ਹਵਾਲੇ ਹਨ ਜਿਹਦੇ ਦੁਆਰਾ ਅਸੀਂ ਜਾਣਦੇ ਹਾਂ ਖੁਦਾ ਆਪਣੇ ਆਪ ਨੂੰ ਇਨਸਾਨ ਤੋਂ ਦੂਰ ਨਾ ਕਰ ਪਾਇਆ। ਜਦੋਂ ਅਸੀਂ ਕੂਚ ਦਾ ਗ੍ਰੰਥ ਵੇਖਦੇ ਹਾਂ, ਜਦੋਂ ਇਸਰਾਇਲ ਕੌਮ ਅਤਿਆਚਾਰ ਸਹਿ ਰਹੀ ਸੀ, ਦੁੱਖ ਦੇ ਵਿੱਚ ਸੀ, ਪਰਮੇਸ਼ਰ ਆਪਣੇ ਆਪ ਨੂੰ ਰੋਕ ਨਾ ਪਾਇਆ। ਇਸ ਲਈ ਉਸਨੇ ਮੂਸਾ ਨੂੰ ਤਿਆਰ ਕੀਤਾ। ਯਿਸੂ ਮਸੀਹ ਦੇ ਇਸ ਦੁਨੀਆ ਵਿੱਚ ਆਉਣ ਵਿੱਚ ਵੀ ਖੁਦਾ ਦਾ ਪਿਆਰ ਹੀ ਜ਼ਾਹਿਰ ਹੁੰਦਾ ਹੈ। ਉਹ ਆਪਣੇ ਆਪ ਨੂੰ ਇਨਸਾਨ ਨੂੰ ਪਿਆਰ ਕਰਨ ਤੋਂ ਰੋਕ ਨਾ ਪਾਇਆ। ਇਸ ਲਈ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ 'ਤੇ ਭੇਜਿਆ। ਯਿਸੂ ਮਸੀਹ ਦਾ ਆਉਣਾ ਠੀਕ ਉਸ ਨੇਕ ਸਾਮਰੀ ਦੀ ਰੂਪ ਕਥਾ ਦੇ ਵਾਂਗ ਸੀ। ਜਿਵੇਂ ਨੇਕ ਸਾਮਰੀ ਦੀ ਰੂਪ ਕਥਾ ਦੇ ਵਿੱਚ ਉਹ ਇਨਸਾਨ ਜੋ ਯਰੂਸ਼ਲਮ ਤੋਂ ਜਰੀਕੋ ਜਾ ਰਿਹਾ ਸੀ, ਰਸਤੇ ਵਿੱਚ ਉਹ ਜ਼ਖਮੀ ਹੋ ਜਾਂਦਾ ਹੈ, ਪਰ ਸਾਮਰੀ ਵਿਅਕਤੀ ਉਸ ਆਦਮੀ ਦੀ ਹਾਲਤ ਤੋਂ ਆਪਣੇ ਆਪ ਨੂੰ ਦੂਰ ਨਾ ਰੱਖ ਪਾਇਆ, ਉਹਦੀ ਮਦਦ ਲਈ ਹੇਠ ਆਇਆ। ਠੀਕ ਪਰਮੇਸ਼ਵਰ ਵੀ ਹੈ। ਪਰ ਇੱਥੇ ਸਾਡਾ ਕੀ ਭੂਮਿਕਾ, ਸਾਡੇ ਦਾ ਰੋਲ ਹੈ, ਸਾਡੀ ਕੀ ਭੂਮਿਕਾ ਹੈ? ਜਿਵੇਂ ਅਸੀਂ ਬੱਚੇ ਵਿੱਚ ਵੇਖਦੇ ਹਾਂ, ਉਸ ਨੇਕ ਸਾਮਰੀ ਨੇ ਉਸ ਜ਼ਖਮੀ ਆਦਮੀ ਦੇ ਮਰਮ ਪੱਟੀ ਕਰਕੇ ਉਸਨੂੰ ਸਰਾਂ ਦੇ ਵਿੱਚ ਰੱਖਿਆ ਅਤੇ ਸੰਤ ਜੌਨ ਪੌਲ ਦੂਜੇ ਕਹਿੰਦੇ ਹਨ ਉਹ ਸਰਾ ਕਲੀਸਿਆ ਹੈ, ਉਹ ਸਰਾ ਅਸੀਂ ਸਾਰੇ ਹਾਂ। ਜਾਣੇ ਇਸ ਦਾ ਮਤਲਬ ਜਦੋਂ ਸੰਸਾਰ ਦੇ ਵਿੱਚ ਹੁਣ ਬਿਮਾਰੀ ਵੱਧ ਰਹੀ ਹੈ, ਪਾਪ ਵੱਧ ਰਿਹਾ ਹੈ, ਦੁੱਖ ਵੱਧ ਰਿਹਾ ਹੈ, ਕਲੀਸਿਆ ਆਪਣੇ ਆਪ ਨੂੰ ਇਸ ਦੁਖੀ ਸੰਸਾਰ ਤੋਂ ਦੂਰ ਨਹੀਂ ਕਰ ਸਕਦੀ। ਪਰਮੇਸ਼ਵਰ ਨੇ ਇਸ ਦੁਖੀ ਸੰਸਾਰ ਨੂੰ ਕਲੀਸਿਆ ਨੂੰ ਸੌਂਪਿਆ ਹੈ। ਇਹ ਕਹਿੰਦੇ ਹੋ ਜਿਸ ਤਰ੍ਹਾਂ ਮੈਂ ਸੰਸਾਰ ਨੂੰ ਪਿਆਰ ਕੀਤਾ, ਮੈਂ ਮਨੁੱਖਾਂ ਨੂੰ ਪਿਆਰ ਕੀਤਾ, ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰਨਾ ਹੈ। ਅੱਜ ਕੱਲ੍ਹ ਅਸੀਂ ਬਹੁਤ ਵੱਡੀ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਹਾਂ। ਇਸ ਤੋਂ ਵੱਧ ਕੇ ਕਰੋਨਾ ਬਿਮਾਰੀ ਹੈ, ਇੱਕ ਬਿਮਾਰੀ ਹੈ ਜਿਸ ਨੂੰ ਕਿਹਾ ਜਾਂਦਾ ਬਾਈਸਟੈਂਡਰ ਸਿੰਡਰਮ। ਇਹਦਾ ਮਤਲਬ ਕੀ ਹੈ? ਜਦੋਂ ਕਿਤੇ ਕੁਝ ਬੁਰਾ ਵਾਪਰਦਾ ਹੈ, ਅਸੀਂ ਦੂਰ ਖੜੇ ਰਹਿ ਕੇ ਉਸ ਨੂੰ ਦੇਖਦੇ ਹਾਂ ਅਤੇ ਉਸ ਦੇ ਬਾਰੇ ਗੱਲ ਕਰਦੇ ਹਾਂ, ਪਰ ਆਪਣੇ ਆਪ ਨੂੰ ਉਹਦੇ ਨਾਲ ਜੋੜਦੇ ਨਹੀਂ ਹਾਂ। ਇਸ ਨੂੰ ਬਾਈਸਟੈਂਡਰ ਸਿੰਡਰਮ ਕਿਹਾ ਜਾਂਦਾ ਹੈ। ਯਾਨੀ ਦੂਰ ਰਹਿੰਦੇ ਹੋਏ, ਡਿਸਟੈਂਸ ਰੱਖਦੇ ਹੋਏ ਅਸੀਂ ਉਸ ਹਾਲਤ ਨੂੰ ਵੇਖਦੇ ਹਾਂ, ਪਰ ਉਹਦੇ ਲਈ ਅਸੀਂ ਕੁਝ ਨਹੀਂ ਕਰਦੇ। ਪਰ ਯਿਸੂ ਮਸੀਹ ਨੇ ਕਦੇ ਇਸ ਤਰ੍ਹਾਂ ਨਹੀਂ ਕੀਤਾ ਸੀ। ਯਿਸੂ ਮਸੀਹ ਆਪਣੇ ਆਪ ਨੂੰ ਦੁੱਖਾਂ ਦੇ ਵਿੱਚ, ਕਿਸੇ ਦੇ ਦੁੱਖ ਦੇ ਵਿੱਚ ਇਨਵੋਲਵ ਕਰਦੇ ਸੀ। ਠੀਕ ਇਸੇ ਤਰ੍ਹਾਂ ਸਾਡੇ ਲਈ ਵੀ ਯਿਸੂ ਇਹ ਚਾਹੁੰਦਾ ਹੈ ਅਸੀਂ ਕਲੀਸਿਆ ਦੇ ਮੈਂਬਰ ਹੋਣ ਦੇ ਨਾਤੇ, ਕ੍ਰਿਸਚਨ ਮਸੀਹੀ ਹੋਣ ਦੇ ਨਾਤੇ ਅਸੀਂ ਦੂਜਿਆਂ ਦੇ ਦੁੱਖਾਂ ਨੂੰ, ਦੂਜਿਆਂ ਦੀ ਜੋ ਸਫਰਿੰਗ ਹੈ ਉਹਦੇ ਤੋਂ ਆਪਣੇ ਆਪ ਨੂੰ ਦੂਰ ਨਾ ਰੱਖੀਏ, ਆਪਣੇ ਆਪ ਨੂੰ ਇਨਵੋਲਵ ਕਰੀਏ। ਇੱਕ ਖਾਸ ਤਰੀਕਾ ਹੋਵੇਗਾ ਜਦੋਂ ਅਸੀਂ ਭਾਰਤ ਦੇਸ਼ ਦੀ ਹਾਲਤ ਨੂੰ ਵੇਖਦੇ ਹਾਂ, ਕਰੋਨਾ ਵਾਇਰਸ ਦੀ ਹਾਲਤ ਨੂੰ ਵੇਖਦੇ ਹਾਂ, ਅਸੀਂ ਆਪਣੇ ਆਪ ਨੂੰ ਪ੍ਰਾਰਥਨਾ ਦੇ ਰਾਹੀਂ ਉਹਨਾਂ ਲੋਕਾਂ ਦੇ ਨਾਲ ਜੋੜੀਏ ਜਿਹੜੇ ਬਿਮਾਰ ਹਨ, ਜਿਹੜੇ ਹਸਪਤਾਲਾਂ ਦੇ ਵਿੱਚ ਹਨ। ਕਈਆਂ ਦੇ ਕੋਲ ਇਲਾਜ ਲਈ ਪੈਸੇ ਨਹੀਂ ਹਨ, ਕਈਆਂ ਦੇ ਕੋਲ ਹਸਪਤਾਲ ਜਾਣ ਦੇ ਲਈ ਪੈਸੇ ਨਹੀਂ ਹਨ। ਅਸੀਂ ਉਹਨਾਂ ਸਾਰੇ ਦੁਖੀ ਬੰਦਿਆਂ ਨੂੰ ਅੱਜ ਦੀ ਪਾਕਮਾਸੀ ਕੁਰਬਾਨੀ ਵਿੱਚ ਸ਼ਾਮਿਲ ਕਰਾਂਗੇ, ਖਾਸ ਕਰਕੇ ਸਾਡੀ ਪੈਰਿਸ਼ ਦੇ ਪਰਿਵਾਰਾਂ ਲਈ। ਪਿਛਲੇ ਕੁਝ ਦਿਨਾਂ ਵਿੱਚ ਅਸੀਂ ਇਸ ਪੈਰਿਸ਼ ਦੇ ਵਿੱਚ ਮੌਤਾਂ ਵੇਖੀਆਂ ਹਨ ਜੋ ਖਾਸ ਇਸ ਬਿਮਾਰੀ ਦੇ ਕਾਰਨ ਹੋਈਆਂ ਹਨ। ਭਾਵੇਂ ਇਸ ਪਾਕਮਾਸੀ ਕੁਰਬਾਨੀ ਵਿੱਚ ਅਸੀਂ ਲੋਕਾਂ ਨੂੰ ਨਹੀਂ ਸੱਦ ਸਕੇ, ਪਰ ਅੱਜ ਉਹਨਾਂ ਦੇ ਲਈ ਪ੍ਰਾਰਥਨਾ ਕਰਕੇ ਹਰ ਮਸੀਹੀ ਪਰਿਵਾਰ ਦੇ ਲਈ, ਜਿਹੜੇ ਬਜ਼ੁਰਗ ਹਨ, ਬਿਮਾਰ ਹਨ, ਉਹਨਾਂ ਸਭ ਨੂੰ ਅਸੀਂ ਆਪਣੀ ਪ੍ਰਾਰਥਨਾ ਵਿੱਚ ਸ਼ਾਮਿਲ ਕਰਾਂਗੇ। ਖਾਸ ਕਰਕੇ ਅਸੀਂ ਇਸ ਕਰੋਨਾ ਵਾਇਰਸ ਦੇ ਖਤਮ ਹੋਣ ਦੇ ਲਈ ਦੁਆ ਕਰੀਏ। ਇਹ ਜੋ ਕਰੋਨਾ ਬਿਮਾਰੀ ਦਾ ਸਾਡੇ ਤੋਂ ਆਉਣਾ ਇੱਕ ਤਰ੍ਹਾਂ ਦੀ ਪ੍ਰੀਖਿਆ ਹੈ। ਪਰਮੇਸ਼ਵਰ ਸਾਡੇ ਵਿਸ਼ਵਾਸ ਨੂੰ ਪਰਖ ਰਿਹਾ ਹੈ। ਕਲੀਸਿਆ ਕਿੰਨਾ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਸਮੇਂ ਬਿਮਾਰ ਹਨ ਉਹਨਾਂ ਬਾਰੇ ਸੋਚਦੀ ਹੈ ਅਤੇ ਉਹਨਾਂ ਬਾਰੇ ਪ੍ਰਾਰਥਨਾ ਕਰਦੀ ਹੈ। ਔਰ ਅਸੀਂ ਪੂਰੀ ਪੈਰਿਸ਼ ਦੇ ਲਈ ਅਤੇ ਇਸ ਦੁਖੀ ਹਾਲਤ ਦੇ ਲਈ ਖੁਦਾ ਦੇ ਅੱਗੇ ਪ੍ਰਾਰਥਨਾ ਕਰਾਂਗੇ। ਆਪਣੇ ਗੁਨਾਹਾਂ ਨੂੰ, ਆਪਣੀ ਗਲਤੀਆਂ ਨੂੰ ਯਾਦ ਕਰਾਂਗੇ, ਸੱਚੇ ਦਿਲੋਂ ਖੁਦਾ ਤੋਂ ਮਾਫੀ ਮੰਗਾਂਗੇ ਤਾਂ ਜੋ ਅਸੀਂ ਨਾ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾ ਸਕੀਏ।
ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਪ੍ਰਭ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਪ੍ਰਭ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ, ਧਰਤੀ ਉਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ। ਸਵਰਗ ਦੇ ਵਿੱਚ ਵਡਿਆਈ ਅਸੀਂ ਤੇਰੇ ਗਾਉਂਦੇ ਹਾਂ ਤੇ ਧੰਨ ਧੰਨ ਤੈਨੂੰ ਕਹਿੰਦੇ ਹਾਂ। ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ। ਤੇਰੀ ਵੱਡੀ ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ। ਸਵਰਗ ਦੇ ਪਾਤਸ਼ਾਹ ਖੁਦਾ, ਬਾਪ ਕੁਦਰਤ ਵਾਲੇ ਖੁਦਾ, ਸਵਰਗ ਦੇ ਵਿੱਚ ਵਡਿਆਈ। ਯਿਸੂ ਮਸੀਹ ਇਕਲੌਤੇ ਬੇਟੇ, ਬਾਪ ਦੇ ਬੇਟੇ ਪ੍ਰਭੂ ਖੁਦਾ, ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ। ਮਿੰਨਤਾਂ ਸੁਣ ਲੈ ਸਾਡੀਆਂ, ਤੂੰ ਬਾਪ ਦੇ ਸੱਜੇ ਬੈਠਾ ਹੈ। ਦਇਆ ਤੂੰ ਕਰ ਹੁਣ ਸਾਡੇ ਉਤੇ, ਤੂੰ ਹੀ ਸੁਰਗੁਣ ਹੈ ਖੁਦਾ। ਸਵਰਗ ਦੇ ਵਿੱਚ ਵਡਿਆਈ, ਤੂੰ ਹੀ ਇਕੱਲਾ ਪਰਮੇਸ਼ਵਰ ਹੈ, ਪਰਮ ਉੱਚਾ ਹੈ ਐ ਖੁਦਾ। ਐ ਮਸੀਹਾ ਸ਼ਾਨ ਵਿੱਚ ਤੂੰ, ਬਾਪ ਤੇਰੋ ਬਾਗ ਦੇਨਾ। ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ, ਧਰਤੀ ਉਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ। ਸਵਰਗ ਦੇ ਵਿੱਚ ਵਡਿਆਈ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਖੁਦਾ, ਬਖਸ਼ ਦੇ ਕਿ ਜੀ ਉੱਠੇ ਪ੍ਰਭੂ ਦੇ ਆਦਰ ਵਿੱਚ ਅਸੀਂ ਖੁਸ਼ੀ ਦੇ ਇਹਨਾਂ ਦਿਨਾਂ ਨੂੰ ਪੂਰਨ ਭਗਤੀ ਨਾਲ ਮਨਾਈਏ। ਇਸ ਪਿਆਰ ਨੂੰ ਯਾਦ ਕਰਕੇ ਅਸੀਂ ਖੁਸ਼ੀ ਮਨਾਉਂਦੇ ਹਾਂ, ਉਸ ਨੂੰ ਅਸੀਂ ਹਮੇਸ਼ਾ ਆਪਣੇ ਜੀਵਨ ਵਿੱਚ ਕਰ ਵਿਖਾਈਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲੋਂ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਯਹੂਦੀ ਲੋਕ ਹੈਰਾਨ ਹੁੰਦੇ ਹਨ ਕਿ ਗੈਰ ਯਹੂਦੀਆਂ ਨੂੰ ਰੂਹ-ਪਾਕ ਦਾ ਵਰਦਾਨ ਮਿਲ ਗਿਆ ਸੀ। ਇਸ ਲਈ ਪਤਰਸ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ
कि यहूदी धर्म ग्रंथ दे मसीह दा संदेश सारे मनुखा ਲਈ है। रसूलां दे कर्तव्य। गैर यहूदियां ਨੂੰ ਰੂਪਕ ਵਰਦਾਨ ਮਿਲਿਆ ਹੈ। ਜਦੋਂ ਪਤਰਸ ਅੰਦਰ ਆ ਗਿਆ ਤਾਂ ਕੁਰਨੇਲੀਉਸ ਉਸ ਨੂੰ ਮਿਲਣ ਲਈ ਆਇਆ ਅਤੇ ਉਸ ਦੇ ਚਰਨਾਂ ਤੇ ਡਿੱਗ ਕੇ ਉਸ ਦੀ ਆਰਾਧਨਾ ਕੀਤੀ। ਪਰ ਪਤਰਸ ਨੇ ਇਹ ਕਹਿੰਦੇ ਹੋਏ ਉਸ ਨੂੰ ਉਠਾ ਲਿਆ, खड़े हो जाओ, मैं भी मरणहार मनुख हाँ। तद पतरस ने बोलना शुरू किया अते कहा, मैं हुण सचमुच समझ गया हाँ कि खुदा कोई पक्षपात नहीं करता, सगों हर कौम विच हर कोई जो उसका डर रखता है अते वो करता है जो सही है, वो उससे मन भावता है। वो संदेश तुसी जानते हो जो उसने इस्राएल के लोकां नूं घलिया सी। यीशु मसीह दे राही कीता गया शांति दा प्रचार वो सारियां दा प्रभु है। उसके बारे सारे नबी गवाही दिंदे हन कि जो कोई उस उते ईमान रखता है उसनूं उसके नाम दे वसीले पापां दी माफ़ी मिलेगी। पतरस जदों अजे ये कह रहा सी तां रूपक उन्हां सारियां उत्ते आ पिया जिन्हां ने वचन सुनिया सी। खतना कीते हुए ईमानदार जो पतरस के नाल आए हुए सन हैरान रही गए, क्योंकि रूपक की दात गैर यहूदियां उत्ते भी बहुतात नाल आवरी है, क्योंकि उन्होंने उन्होंने होर भाषावां बोलते अते खुदा दी उस्तति करते सुनिया सी। तद पतरस ने आखिया कि कोई इन्हां लोकां लई बपतिस्मे दा पानी मना कर सकता है जिन्हां साढ़े वांग रूपक मिलिया है। फिर उसने उन्होंने यीशु मसीह के नाम ते बपतिस्मा दिते जान का आदेश दिता। तद उन्होंने उसनों कुछ दिन रहन लई सदा दिता। ए प्रभु दी वाणी है। खुदा दा शुक्र होवे। करनगे मिल के कंडे सारी दुनिया दे, जाद खुदा दी करनगे मिल के कंडे सारी दुनिया दे। दिल दे नाल रसूलिया बनगे आगे पाक खुदावंद दे। दिल दे नाल रसूलिया बनगे आगे पाक खुदावंद दे। सारियां कौमां चुक चुक जावन डर रखण गियां सेदा। सारियां कौमां चुक चुक जावन डर रखण गियां सेदा। क्यों जो राज खुदावंद दा है, हाकम है ओ कौमां दा। क्यों जो राज खुदावंद दा है, हाकम है ओ कौमां दा। जाद खुदा दी करनगे मिल के कंडे सारी दुनिया दे। नियां दे सब दौलत वाले करनगे सिजदा खावणगे। दुनिया दे सब दौलत वाले करनगे सिजदा खावणगे। अपनी जान बचा ना सकदे मिट्टी बिच मिल जावणगे। अपनी जान बचा ना सकदे
ਮਿੱਟੀ ਵਿੱਚ ਮਿਲ ਜਾਵਣਗੇ। ਯਾਦ ਖੁਦਾ ਦੀ ਕਰਨਗੇ ਮਿਲ ਕੇ ਕੰਢੇ ਸਾਰੀ ਦੁਨੀਆ ਦੇ। ਦਿਲ ਦੇ ਨਾਲ ਰਜ਼ੂਲਿਆ ਬਣਨਗੇ ਆਗੇ ਪਾਕ ਖੁਦਾਵੰਦ ਦੇ। दूसरा, यीशु मसीह ने सानू सिक्ख्या दी है कि खुदा का मोल तत्त प्यार है। जे असी खुदा का प्यार समझ लवांगे तो असी एक दूजे नू प्यार करांगा। संत यूहन्ना का पहला पत्र खुदा प्यार है। प्यारियो, असी एक दूजे नू प्यार करिए क्योंकि प्यार खुदा वालों है। हर कोई जो प्यार करता है वो खुदा तो पैदा होया है अते खुदा नू जानता है। हर कोई जो प्यार नहीं करता वो खुदा नू नहीं जानता क्योंकि खुदा प्यार है। खुदा का प्यार साढ़े बीच इस तरह प्रकट किया गया कि खुदा ने अपने इकलौते बेटे नू संसार विच घड़िया तां जो असी उसते राही जीवन बसर करिए। प्यार इस विच है, ये नहीं कि पहले असी खुदा नू प्यार किया है, सगों इस विच है कि खुदा ने सानू पहले प्यार किया है। साड़े अते पापां ते कुफारे ते बलि देण लई अपने बेटे नू कर दिता। ये प्रभु दी बाणी है। खुदा दा शुक्र होवे। जयकारा। हालेलुया 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 हालेलुया। घर घर जाओ अंजील सुनाओ, कौमां दे विच ओदा नाम फैलाओ। घर घर जाओ अंजील सुनाओ, कौमां दे विच ओदा नाम फैलाओ। हालेलुया 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 हालेलुया। प्रभु तुहाडे नाल होवे ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੂਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 15 ਅਧਿਆਇ 9 ਤੋਂ 17 ਆਇਤ। ਜਿਸ ਤਰ੍ਹਾਂ ਬਾਪ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਪਿਆਰ ਵਿੱਚ ਬਣੇ ਰਹੋ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਬਾਪ ਦੀਆਂ ਆਗਿਆਵਾਂ ਦਾ ਪਾਲਣਾ ਕਰਦਾ ਹਾਂ ਅਤੇ ਉਸ ਦੇ ਪਿਆਰ ਵਿੱਚ ਬਣਿਆ ਰਹਿੰਦਾ ਹਾਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰ ਹੋਵੇ। ਮੇਰੀ ਆਗਿਆ ਇਹ ਹੈ, ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤੋਂ ਵੱਧ ਕੇ ਕਿਸੇ ਦਾ ਪਿਆਰ ਨਹੀਂ ਕਿ ਕੋਈ ਮਨੁੱਖ ਆਪਣੇ ਮਿੱਤਰਾਂ ਲਈ ਆਪਣੀ ਜਾਨ ਦੇ ਦੇਵੇ। ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਕਰੋ ਜਿਸ ਦੀ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ। ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ, ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ, ਪਰੰਤੂ ਮੈਂ ਤੁਹਾਨੂੰ ਮਿੱਤਰ ਆਖਿਆ ਹੈ, ਕਿਉਂਕਿ ਜੋ ਕੁਝ ਮੈਂ ਆਪਣੇ ਬਾਪ ਕੋਲੋਂ ਸੁਣਿਆ ਹੈ ਉਹ ਸਭ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ
कि तुसी जावो अते फल पैदा करो अते तुहाडा फल कायम रहे, तां जो तुसी मेरे नाम विच बाप कोलों जो कुछ भी मंगो बाप वो थानू दे देवे। मैं तैनू ये आज्ञा दिंदा हां, एक दूजे नू प्यार करो। प्रभु दी पाक अंजील। तेरी महिमा होवे ऐ मसीहा। प्यारे भैनों ते भराओ, ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਖੁਦਾ ਨੇ ਸਾਨੂੰ ਆਪਣੇ ਪਿਆਰ ਭਰੇ ਤੇ ਮਿਹਰ ਭਰੇ ਹੱਥਾਂ ਵਿੱਚ ਸੁਰੱਖਿਅਤ ਰੱਖਿਆ ਹੈ। ਜੇਕਰ ਕੋਈ ਪਰੇਸ਼ਾਨੀ ਹੈ ਜਾਂ ਦੁੱਖ ਮੁਸੀਬਤ ਹੈ, ਉਹਦਾ ਸਾਹਮਣਾ ਕਰਨ ਲਈ ਖੁਦਾ ਨੇ ਸਾਨੂੰ ਆਪਣਾ ਬਲ ਅਤੇ ਸ਼ਕਤੀ ਪ੍ਰਦਾਨ ਕੀਤੀ ਹੈ। ਅੱਜ ਖਾਸ ਤੌਰ 'ਤੇ ਅਸੀਂ ਇਸ ਗੱਲ ਉੱਤੇ ਧਿਆਨ ਲਾਉਂਦੇ ਹਾਂ ਕਿ ਪ੍ਰਭੂ ਪਰਮੇਸ਼ਵਰ ਹੀ ਪਿਆਰ ਹੈ ਅਤੇ ਉਹ ਸਾਰੇ ਭੈਣ ਭਰਾ ਵਿਸ਼ਵਾਸੀ ਜੋ ਇਹ ਕਹਿੰਦੇ ਹਨ ਕਿ ਅਸੀਂ ਖੁਦਾ ਨੂੰ ਪਿਆਰ ਕਰਦੇ ਹਾਂ, ਉਹ ਸਭ ਪਹਿਲਾਂ ਉਸ ਦੀਆਂ ਆਗਿਆਵਾਂ ਨੂੰ ਮੰਨਦੇ ਹਨ, ਸੁਣਦੇ ਹਨ, ਉਸਦੇ ਵਚਨ ਨੂੰ ਮੰਨਦੇ ਹਨ ਅਤੇ ਇਸ ਤਰੀਕੇ ਨਾਲ ਖੁਦਾ ਦੇ ਪ੍ਰਤੀ ਆਪਣੇ ਪਿਆਰ ਨੂੰ ਸਿੱਧ ਕਰਦੇ ਹਨ, ਪ੍ਰਗਟ ਕਰਦੇ ਹਨ। ਪਹਿਲੇ ਪਾਠ ਵਿੱਚ ਆਪਾਂ ਸੁਣਿਆ ਕਿ ਸੰਤ ਪਤਰਸ ਕੁਰਨੇਲਿਯਸ ਕੋਲ ਜਾਂਦਾ ਹੈ, ਪਵਿੱਤਰ ਆਤਮਾ ਉਸ ਦੀ ਅਗਵਾਈ ਕਰਦਾ ਹੈ। कुरनेलियस जो एक गैर विश्वासी है, गैर यहूदी है। संत पतरस इस गल का एहसास करता है कि खुदा हर एक को अपना फजल प्रदान करता है, किसी नाल किसी भी तरह का कोई पक्षपात नहीं करता। इसी तरह तो यीशु भी अपने वचन में कहता है, संत मत्ती दी अंजील 5:45 है, परमेश्वर चंगियां ते बुरियां उत्ते अपना सूरज चमकाउंदा है, धर्मियां ते अधर्मियां उत्ते नींह बनाउंदा है। कहंदा भाव कि खुदा सारियां नूं इक्को जिहा ही समझदा है। खुदा किसी दे नाल भी कोई पक्षपात नहीं करता। जेकर कोई पक्षपात है, वितकरा है, अंतर है, वो इस दुनिया विच ही है ते असीं ही लोग एक दूजे नाल वितकरा करदे हां, भेदभाव करते हैं, पक्षपात करते हैं। और खुदा जिसने साड़ी रचना की है वो अपनी संतान विच, अपने बच्चों के विच किसी तरह का पक्षपात नहीं कर सकता। इस करके खुदा सानू सारिਆਂ ਨੂੰ बुलाता है, सानू सारिਆਂ ਨੂੰ बुलाता है कि असीं प्रभु के इस प्यार को महसूस करिए जिस विच कोई कंडीशन नहीं है, कोई शर्त नहीं है। सिर्फ इक्को ही गल है कि जो असीं उसके प्यार को समझ जाते हाँ तो उस प्यार को असीं वापस प्रभु के कोल पहुँचाना है, तो उसको वापस करना है। उसके वचन को सुन के, उसदियां आग्यावां को सुन के, उन्होंने समझ के, उन्होंने अपनी जिंदगी विच लागू करने के राही असीं खुदा के इस प्यार को जो असीं हर रोज़ ग्रहण करते हैं, हर रोज़ जो असीं खुदा के इस प्यार को ग्रहण करते हैं, महसूस करते हैं, तो इसको वापस इसी तरीके नाल खुदा वाल पहुँचाना है। उसके वचनों, उसके हुक्मां नूं अपनी जिंदगी के हर एक पल विच लागू करदियां उसे ही तरीके नाल अपने भैणों भरावां नूं भी प्यार करते हुए इस प्यार को आपां लोकां सामने सिद्ध करना है, प्रगट करना है। दूजे पाठ विच आपां सुनिया वा कि खुदा खुद प्यार है, वो खुद पहल करता है। ये नहीं कि असीं पहल करते हैं, खुदा आप प्यार है, इस करके वो आप ही पहल करता है कि करने लई वे सानू सारिਆਂ ਨੂੰ प्यार करने लई। संत यूहन्ना दी अंजील 3:16 विच प्रभु दी इस गल दा ये सबूत है। ਉਹਦੇ ਵਿੱਚ प्रभु कहंदा, खुदा ने संसार नाल इन्ना प्यार किया कि उसने अपना इकलौता पुत्र बख्श दिता तां जो असीं सारे नाश ना होइए सगों बचाए जाइए। प्रभु ने किस तरह इस दुनिया उत्ते अपने प्यार को प्रगट किया? प्रभु यीशु दी सलीबी मौत दे राही। यही एक असली अते सब तो महान सबूत है जिस राही खुदा पिता परमेश्वर सारी दुनिया दे लिए, सारी मनुख जाति दे लिए, सारिया कौमां, सारिया धर्मां, हर तरह की जाति के लोगों के लिए किस तरह प्रभु अपना प्यार प्रगट करता है अपने बेटे तो यीशु की सलीबी कुर्बानी दे राही
ਇਸ ਪਿਆਰ ਨੂੰ ਪ੍ਰਗਟ ਕਰਦਾ ਹੈ ਕਿ ਖੁਦਾ ਇੱਥੋਂ ਤੱਕ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਆਪਾਂ ਪੜ੍ਹਦੇ ਹਾਂ ਜੋ ਅੰਜੀਲ ਅੱਜ ਦੀ ਆਪਾਂ ਸੁਣੀ ਹੈ ਕਿ ਮੇਰੀ ਆਗਿਆ ਹੀ ਇਹ ਹੈ, ਇੱਕ ਦੂਜੇ ਨੂੰ ਪਿਆਰ ਕਰੋ। ਸੰਤ ਯੂਹੰਨਾ ਰਸੂਲ ਜਿਸ ਨੇ ਇਸ ਅੰਜੀਲ ਦੀ ਰਚਨਾ ਕੀਤੀ ਹੈ, ਕਿਹਾ ਜਾਂਦਾ ਸੀ ਜਦੋਂ ਉਹ ਬਹੁਤ ਬਜ਼ੁਰਗ ਹੋ ਗਿਆ ਤੇ ਉਹ ਆਖਰੀ ਰਸੂਲ ਸੀ ਜੋ ਲੰਬੀ ਉਮਰ ਹੋ ਕੇ ਫਿਰ ਉਸ ਦੀ ਮੌਤ ਹੁੰਦੀ ਹੈ। ਸਾਰੇ ਲੋਕਾਂ ਨੂੰ ਪਤਾ ਸੀ ਇਹ ਆਖਰੀ ਰਸੂਲ ਹੈ, ਉਸ ਦੀ ਉਮਰ ਬਹੁਤ ਹੈ, ਉਸ ਨੂੰ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ, ਉਸ ਨੂੰ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੰਦਾ, ਉਹ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ, ਇੰਨਾ ਬਜ਼ੁਰਗ ਹੋ ਗਿਆ ਸੀ। ਪਰ ਫਿਰ ਵੀ ਉਸ ਦੀ ਕਲੀਸਿਆ ਦੇ ਲੋਕ ਉਸ ਨੂੰ ਹਰ ਵਾਰੀ ਪਾਕ ਮਾਸ ਦੀ ਕੁਰਬਾਨੀ ਲੈ ਕੇ ਆਉਂਦੇ ਆ, ਉਸ ਨੂੰ ਮੁੱਖ ਕਾਣੇ ਦੇ ਰੂਪ ਦੇ ਵਿੱਚ ਅਲਤਾਰ ਤੱਕ ਪਹੁੰਚਾਉਂਦੇ ਆ ਤੇ ਸਾਰੇ ਕੰਮ, ਸਾਰੀਆਂ ਗਤੀਵਿਧੀਆਂ, ਸਾਰੀਆਂ ਗੀਤਾਂ ਉਹ ਇਸ ਤਰੀਕੇ ਨਾਲ ਕਰਦਾ ਆ। ਤੇ ਜਦੋਂ ਵਚਨ ਦੇ ਪ੍ਰਚਾਰ ਦੀ ਗੱਲ ਆਉਂਦੀ ਹੈ ਤੇ ਲੋਕਾਂ ਨੂੰ ਪਤਾ ਉਸਨੇ ਕੀ ਕਹਿਣਾ, ਉਹ ਇਹੀ ਕਹਿੰਦਾ ਹਮੇਸ਼ਾ, ਮੇਰੇ ਪਿਆਰੇ ਬੱਚਿਓ ਇੱਕ ਦੂਜੇ ਨੂੰ ਪਿਆਰ ਕਰੋ। ਉਹਦੀ ਕਲੀਸਿਆ ਲੋਕਾਂ ਨੂੰ ਇਹ ਪਤਾ ਸੀ ਕਿ ਇਸਨੇ ਜਦੋਂ ਵੀ ਪਾਕ ਮਾਸ ਦੀ ਕੁਰਬਾਨੀ ਲਈ ਆਉਣਾ ਆ ਤੇ ਪ੍ਰਚਾਰ ਦੇ ਵਿੱਚ ਇੱਕੋ ਹੀ ਗੱਲ ਕਹਿਣੀ ਹੈ, ਮੇਰੇ ਬੱਚਿਓ ਇੱਕ ਦੂਜੇ ਨੂੰ ਪਿਆਰ ਕਰੋ। ਇਸ ਤੋਂ ਬਾਅਦ ਉਹ ਕੁਛ ਨਹੀਂ ਕਹਿੰਦਾ। ਪਰ ਜਦੋਂ ਇਸ ਤਰ੍ਹਾਂ ਕਹਿੰਦਾ ਆ, ਉਸ ਦੀ ਇੱਕ ਗੱਲ ਨੂੰ ਬਹੁਤ ਹੀ ਧਿਆਨ ਦੇ ਨਾਲ, ਲਗਨ ਨਾਲ ਸੁਣਦਿਆਂ, ਕਿਉਂਕਿ ਉਹਦੇ ਵਿੱਚ ਇੰਨਾ ਅਸਰ ਅਤੇ ਇੰਨਾ ਪ੍ਰਭਾਵ ਸੀ ਕਿ ਬਾਰ-ਬਾਰ ਕਹਿ ਉਹ ਸੰਤ ਯੂਹੰਨਾ ਇਸ ਗੱਲ ਨੂੰ ਦੁਹਰਾਉਂਦਾ ਆ ਅਤੇ ਉਸੇ ਹੀ ਗੱਲ ਦਾ ਉਸ ਕਲੀਸਿਆ ਵਿੱਚ ਪ੍ਰਭਾਵ ਹੁੰਦਾ ਆ ਤੇ ਇੱਕ ਦੂਜੇ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਆ, ਖੁਦਾ ਦੇ ਵਚਨਾਂ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਆ। ਯਾਰਿਓ ਵਚਨ ਵਿੱਚ ਆਪਾਂ ਇਹ ਵੀ ਪੜ੍ਹਦੇ ਹਾਂ ਅੱਜ ਦੀ ਅੰਜੀਲ ਵਿੱਚ ਕਿ ਇਸ ਤੋਂ ਬਾਅਦ ਵੀ ਕਿਸੇ ਦਾ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣੀ ਜਾਨ ਦੇ ਦੇਵੇ। ਕਿਸੇ ਹੋਰ ਲਈ ਜਾਨ ਦੇਣਾ ਇੰਨਾ ਸੌਖਾ ਕੰਮ ਨਹੀਂ ਹੈ। ਜੇਕਰ ਤੁਸੀਂ ਕਿਸੇ ਲਈ ਜਾਨ ਕੁਰਬਾਨ ਕਰਨੀ ਹੈ, ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਉਹਦੇ ਪ੍ਰਤੀ ਪਿਆਰ ਹੈ, ਤੁਸੀਂ ਉਸ ਨੂੰ ਜਾਣਦੇ ਹੋ, ਤੁਸੀਂ ਕਿਸ ਤਰੀਕੇ ਨਾਲ ਉਸ ਦੇ ਨਾਲ ਰਿਸ਼ਤਾ ਰੱਖਦੇ ਹੋ। ਉਹਦਾ ਵਚਨ ਸਾਨੂੰ ਕਹਿੰਦਾ ਆ, ਖਾਸ ਤੌਰ 'ਤੇ ਅਸੀਂ ਵਚਨ ਪੜ੍ਹਦੇ ਹਾਂ ਸੰਤ ਮੱਤੀ ਦੀ ਅੰਜੀਲ ਉਸ ਦਾ 7 ਅਧਿਆਇ ਦੀ 12 ਆਇਤ। ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਦੇ ਨਾਲ ਕਰੋ। ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜ਼ਤ ਕਰਨ, ਸਾਡਾ ਆਦਰ ਕਰਨ, ਸਾਡੇ ਨਾਲ ਪਿਆਰ ਕਰਨ, ਚੰਗੀ ਤਰ੍ਹਾਂ ਸਾਡੇ ਨਾਲ ਵਿਵਹਾਰ ਕਰਨ। ਇਹ ਸਾਰੀਆਂ ਚੀਜ਼ਾਂ ਆਦਰ, ਪਿਆਰ, ਸਤਿਕਾਰ, ਮਾਣ, ਸ਼ਾਂਤੀ, ਇਹਨਾਂ ਚੀਜ਼ਾਂ ਨੂੰ ਖਰੀਦ ਨਹੀਂ ਸਕਦੇ। ਇਹ ਚੀਜ਼ਾਂ ਖਰੀਦੀਆਂ ਨਹੀਂ ਜਾ ਸਕਦੀਆਂ। ਇਹਨਾਂ ਨੂੰ ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਪੈਸਾ ਕਮਾਇਆ ਜਾਂਦਾ ਆ, ਮਿਹਨਤ ਕੀਤੀ ਜਾਂਦੀ ਆ, ਉਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਅਸੀਂ ਕਮਾਉਣਾ ਹੈ। ਅਸੀਂ ਇਹਨਾਂ ਨੂੰ ਕਮਾਉਣਾ ਹੈ ਆਪਣੀ ਮਿਹਨਤ ਨਾਲ। ਉਸੇ ਤਰੀਕੇ ਨਾਲ ਜੇਕਰ ਅਸੀਂ ਇਹਦਾ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਿਆਰ ਕਰਦੇ ਹਾਂ, ਸ਼ਾਂਤੀ ਰੱਖਦੇ ਹਾਂ, ਮੇਲ ਵਰਤਨ ਰੱਖਦੇ ਹਾਂ, ਇਹ ਚੀਜ਼ਾਂ ਕੀ ਹੈ, ਇਹਨਾਂ ਨੂੰ ਆਪਾਂ ਕਮਾਉਣਾ ਹੈ ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਧਨ ਕਮਾਉਂਦੇ ਹਾਂ, ਪੈਸਾ ਕਮਾਉਂਦੇ ਹਾਂ। ਫਿਰ ਹੀ ਅਸੀਂ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕਰ ਸਕਦੇ ਹਾਂ। ਯਾਰਿਓ ਇਸ ਤੋਂ ਵੀ ਵੱਧ ਗੱਲ ਇਹ ਹੈ ਕਿ ਜੇ ਅਸਲ ਵਿੱਚ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਸਾਡੇ ਵਿੱਚ ਕੁਰਬਾਨੀ ਦੀ ਭਾਵਨਾ ਆਪਣੇ ਆਪ ਪੈਦਾ ਹੋਏਗੀ। ਆਟੋਮੈਟਿਕਲੀ ਸਾਡੇ ਵਿੱਚ ਕੁਰਬਾਨੀ ਦੀ ਭਾਵਨਾ ਪੈਦਾ ਹੋਏਗੀ। ਜਦੋਂ ਮੈਂ ਮਾਈਨਰ ਅਸੈਂਬਲੀ ਵਿੱਚ ਸੀ, ਮਾਈਨਰ ਅਸੈਂਬਲੀ ਦੇ ਪਹਿਲੇ 3 ਸਾਲ ਦੀ ਟ੍ਰੇਨਿੰਗ ਵਿੱਚ ਉੱਥੇ ਰਹਿ ਕੇ ਅਸੀਂ ਇੱਕ ਡਰਾਮਾ ਖੇਡਿਆ। ਉਹ ਸੀ ਸੰਤ ਮੈਕਸਮਿਲੀਅਨ ਕੋਲਬੇ ਦੇ ਜੀਵਨ ਦੇ ਆਧਾਰ ਉੱਤੇ। ਸੰਤ ਮੈਕਸਮਿਲੀਅਨ ਕੋਲਬੇ ਅਜਿਹਾ ਸੰਤ ਹੋਇਆ ਜੋ ਇੱਕ ਬਹੁਤ ਸੀ, ਪੋਲੈਂਡ ਤੋਂ ਸੀ ਤੇ ਪੋਲੈਂਡ ਵਿੱਚ ਹੀ ਉਸ ਸਮੇਂ 1941 ਉਸ ਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਗ੍ਰਿਫਤਾਰ ਕੀਤਾ ਗਿਆ, ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਹੁਣ ਇੱਕ ਬਹੁਤ ਹਰ ਰੋਜ਼ ਪਾਕ ਦੀ ਕੁਰਬਾਨੀ ਚਾਹੁੰਦਾ ਔਰ ਜੇਲ੍ਹ ਵਿੱਚ ਇਹੋ ਜਿਹੇ ਕੰਮ ਨਹੀਂ ਕੀਤੇ ਜਾ ਸਕਦੇ ਔਰ ਉਸ ਤੋਂ ਇਲਾਵਾ ਬਾਕੀ ਕੰਮ ਕੀਤੇ ਜਾ ਸਕਦੇ ਆ। ਉਹ ਕੀ ਕਰਦਾ, ਹਰ ਰੋਜ਼ ਲੋਕਾਂ ਦੀ ਇਤਰਾਫ ਸੁਣਦਾ, ਰੋਜ਼ਰੀਆਂ ਪੜ੍ਹਦਾ,
ਉਹਨਾਂ ਨੂੰ ਚੰਗੀ ਸਲਾਹ ਦਿੰਦਾ, ਵਚਨ ਦਾ ਪ੍ਰਚਾਰ ਕਰਦਾ। ਇਹ ਸਾਰੇ ਕੰਮ ਜਦੋਂ ਕਿਤੇ ਵੀ ਉਹ ਜੇਲ੍ਹ ਵਾਲੇ ਜੇਲਰ ਵਗੈਰਾ ਸਿਪਾਹੀ ਉਸ ਨੂੰ ਦੇਖਣ ਆਉਂਦੇ ਤਾਂ ਜਾਂ ਤਾਂ ਘੁਟਨੇ ਟੇਕ ਕੇ ਬੈਠਾ ਹੁੰਦਾ, ਘੁਟਨੇ ਟੇਕੀ ਹੁੰਦੀ ਉਸਨੇ, ਜਾਂ ਉਹ ਖੜਾ ਹੁੰਦਾ। ਇਹਨਾਂ ਦੋਵਾਂ ਤਰੀਕਿਆਂ ਨਾਲ ਹਮੇਸ਼ਾ ਪ੍ਰਾਰਥਨਾ ਹੀ ਕਰਦਾ ਰਹਿੰਦਾ ਤਾਂ ਕਿ ਇਹਦਾ ਇਤਰਾਫ ਸੁਣਦਾ। ਸੋ ਇਹੋ ਜਿਹੀਆਂ ਕੰਮਾਂ ਰਾਹੀਂ ਕੀ ਕੀਤਾ ਉਸਨੇ ਉਸ ਸਮੇਂ 1941 ਦੂਸਰੇ ਵਿਸ਼ਵ ਯੁੱਧ ਦੌਰਾਨ ਜਦੋਂ ਜੇਲ੍ਹ ਵਿੱਚ ਸੀ ਇਹ ਸਾਰੇ ਕੰਮ ਕੀਤੇ। ਉਸ ਸਮੇਂ ਇੱਕ ਘਟਨਾ ਹੋ ਜਾਂਦੀ ਆ, ਉਸ ਜੇਲ੍ਹ ਵਿੱਚੋਂ ਇੱਕ ਕੈਦੀ ਦੌੜ ਜਾਂਦਾ, ਕਿਸੇ ਤਰੀਕੇ ਨਾਲ ਉਹ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ। ਉਹ ਦੂਜੇ ਕੈਦੀ ਨਾ ਦੌੜਨ, ਇਸ ਕਰਕੇ ਉਹ ਜੇਲ੍ਹ ਵਾਲੇ ਸਿਪਾਹੀ ਇਹ ਫੈਸਲਾ ਕਰਦੇ ਆ ਕਿ ਇਹਨਾਂ ਵਿੱਚੋਂ 10 ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਬਾਕੀ ਜਿੰਨੇ ਵੀ ਕੈਦੀ ਆ ਉਹਨਾਂ ਨੂੰ ਇਹ ਸਬਕ ਮਿਲੇ ਕਿ ਜੇਲ੍ਹ ਵਿੱਚੋਂ ਬਾਹਰ ਨਹੀਂ ਦੌੜਨਾ। ਹੁਣ 10 ਕੈਦੀਆਂ ਨੂੰ ਇੱਦਾਂ ਚੁਣਿਆ ਜਾਂਦਾ। ਉਹਦੇ ਵਿੱਚੋਂ ਇੱਕ ਕੈਦੀ ਹੁੰਦਾ ਫਰਾਂਸਿਸ। ਜਦੋਂ ਉਹਨੂੰ ਚੁਣਿਆ ਜਾਂਦਾ ਕਿ ਉਹ ਕਹਿੰਦਾ ਮੇਰੇ ਬੱਚੇ ਤੇ ਮੇਰੀ ਪਤਨੀ, ਮੇਰਾ ਪਰਿਵਾਰ, ਇਸ ਤਰ੍ਹਾਂ ਚਲਾਉਂਦਾ ਹੋਇਆ ਆਪਣੇ ਉਸ ਪਰਿਵਾਰ ਨੂੰ ਯਾਦ ਕਰਦਾ ਹੋਇਆ ਉਹ ਰੋਂਦਾ ਆ। ਅਤੇ ਉੱਥੇ ਹੀ ਇਹ ਫਾਦਰ ਮੈਕਸਮੀਲੀਅਨ ਹੁੰਦਾ ਹੈ ਅਤੇ ਇਹ ਕਹਿੰਦਾ ਇਸ ਦੀ ਜਗ੍ਹਾ ਉੱਤੇ ਮੈਂ ਮੌਤ ਸਵੀਕਾਰ ਕਰਾਂਗਾ। ਇਸ ਤਰੀਕੇ ਨਾਲ ਉਸ ਨੂੰ ਛੱਡ ਦਿੱਤਾ ਜਾਂਦਾ ਆ ਕਿ ਫਾਦਰ ਮੈਕਸਮੀਲੀਅਨ ਨੂੰ ਉਹਨਾਂ 10 ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਇਹਨਾਂ 10 ਨੂੰ ਅਲੱਗ ਹੀ ਰੱਖ ਦਿੱਤਾ ਜਾਂਦਾ ਹੈ। ਇਹਨਾਂ ਨੂੰ ਨਾ ਰੋਟੀ, ਨਾ ਭੋਜਨ, ਨਾ ਪਾਣੀ, ਕੁਛ ਨਹੀਂ, ਉਹਨਾਂ ਚਿਰ ਜਿੰਨਾ ਚਿਰ ਇਹ ਭੁੱਖ ਪਿਆਸ ਨਾਲ ਮਰ ਨਾ ਜਾਣ। ਸੋ ਇਸ ਤਰੀਕੇ ਨਾਲ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਪਰ ਫਾਦਰ ਮੈਕਸਮੀਲੀਅਨ ਦੀ ਮੌਤ ਨਹੀਂ ਹੁੰਦੀ, ਬਾਕੀ ਸਾਰੇ ਮਰ ਜਾਂਦੇ, 9 ਦੇ 9 ਮਰ ਜਾਂਦੇ ਭੁੱਖ ਅਤੇ ਪਿਆਸ ਦੇ ਨਾਲ, ਪਰ ਫਾਦਰ ਮੈਕਸਮੀਲੀਅਨ ਨਹੀਂ ਮਰਦਾ। ਉਹ ਜੇਲ੍ਹ ਨੂੰ ਖਾਲੀ ਕਰਨਾ ਚਾਹੁੰਦੇ ਸੀ, ਇਸ ਕਰਕੇ ਜ਼ਿਆਦਾ ਇੰਤਜ਼ਾਰ ਨਹੀਂ ਕਰਦੇ। 1 ਹਫ਼ਤਾ ਲੰਘ ਗਿਆ, 2 ਹਫ਼ਤੇ ਲੰਘ ਗਏ, ਫਿਰ ਆਖਰ ਵਿੱਚ ਕਰਦੇ ਆ ਕਾਰਬੋਲਿਕ ਐਸਿਡ ਇੱਕ ਤੇਜ਼ਾਬ ਦਾ ਇੰਜੈਕਸ਼ਨ ਉਸ ਨੂੰ ਲਗਾਉਂਦੇ ਆ ਅਤੇ ਇਸ ਤਰੀਕੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਇਹ ਹੈ ਇਹੀ ਪਿਆਰ, ਇਹੀ ਪ੍ਰਭੂ ਦਾ ਵਚਨ ਕਿ ਇਸ ਤੋਂ ਵੱਧ ਕਿ ਕਿਸੇ ਦਾ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ, ਕੋਈ ਆਪਣੇ ਭੈਣਾਂ ਭਰਾਵਾਂ ਲਈ ਜਾਂ ਦੂਜਿਆਂ ਲਈ ਆਪਣੀ ਜਾਨ ਦੇ ਦੇਵੇ। ਅਤੇ ਜਦੋਂ ਪਿਆਰ ਇਸ ਤਰ੍ਹਾਂ ਹੁੰਦਾ ਆ, ਇਹੋ ਜਿਹਾ ਪਿਆਰ ਇੱਕਦਮ ਨਹੀਂ ਸਾਡੇ ਵਿੱਚ ਪੈਦਾ ਹੋ ਸਕਦਾ। ਇੱਕਦਮ ਇਹੋ ਜਿਹਾ ਪਿਆਰ, ਕੁਰਬਾਨੀ ਦੀ ਭਾਵਨਾ ਵਾਲਾ ਪਿਆਰ ਸਾਡੇ ਵਿੱਚ ਪੈਦਾ ਨਹੀਂ ਹੋ ਸਕਦਾ ਜਿੰਨਾ ਚਿਰ ਠੀਕ ਫਾਦਰ ਮੈਕਸਮੀਲੀਅਨ ਕੋਲਵੇ ਵਾਂਗੂ ਰੋਜ਼ ਤੁਸੀਂ ਦੁਆ ਨਹੀਂ ਕਰੋਗੇ, ਖੁਦਾ ਦਾ ਵਚਨ ਸੁਣਨਾ, ਉਹਦੇ ਹੁਕਮਾਂ ਨੂੰ ਪੜ੍ਹਨਾ, ਇਸ ਨੂੰ ਸਮਝਣਾ, ਇਸ ਉੱਤੇ ਧਿਆਨ ਲਾਉਣਾ, ਇਹ ਕੰਮ ਆਪਾਂ ਰੋਜ਼ਾਨਾ ਨਹੀਂ ਕਰਦੇ, ਉਹਨਾਂ ਚਿਰ ਇਹੋ ਜਿਹਾ ਪਿਆਰ, ਇਹੋ ਜਿਹੀ ਕੁਰਬਾਨੀ ਦੀ ਭਾਵਨਾ ਸਾਡੇ ਵਿੱਚ ਪੈਦਾ ਨਹੀਂ ਹੋ ਸਕਦੀ। ਸੋ ਪ੍ਰਾਰਥਨਾ ਕਰਨਾ, ਖੁਦਾ ਦਾ ਵਚਨ, ਖੁਦਾ ਦੇ ਹੁਕਮਾਂ ਨੂੰ ਪੜ੍ਹਨਾ, ਸਮਝਣਾ, ਧਿਆਨ ਲਾਉਣਾ ਅਤੇ ਪਹਿਲਾਂ ਇਸ ਪਿਆਰ ਨੂੰ ਆਪਣੇ ਪਹਿਲਾ ਦਾਇਰਾ ਹੈ ਸਾਡੀ ਆਪਣੀ ਪਰਿਵਾਰ ਦਾ ਦਾਇਰਾ। ਪਰਿਵਾਰ ਦੇ ਦਾਇਰੇ ਵਿੱਚ ਰਹਿ ਕੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਾ। ਜੇਕਰ ਪਰਿਵਾਰ ਵਿੱਚ ਅਸੀਂ ਇੱਕ ਦੂਜੇ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰ ਸਕਦੇ ਹਾਂ, ਫਿਰ ਹੀ ਪਰਿਵਾਰ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਅਸੀਂ ਦੂਜਿਆਂ ਨਾਲ ਪਿਆਰ ਕਰ ਸਕਦੇ ਹਾਂ, ਬਿਨਾਂ ਕਿਸੇ ਸ਼ਰਤ ਦੇ, ਬਿਨਾਂ ਕਿਸੇ ਸਵਾਰਥ ਦੇ। ਅਤੇ ਇਹੋ ਜਿਹੀ ਗੱਲ ਅਤੇ ਇਹੋ ਜਿਹੇ ਕੰਮ ਦੀ ਹੀ ਯਿਸੂ ਸਾਡੇ ਕੋਲੋਂ ਮੰਗ ਕਰਦਾ ਹੈ। ਆਓ ਅਸੀਂ ਖੜੇ ਹੋ ਜਾਵਾਂਗੇ। ਆਪਣੇ ਵਿਸ਼ਵਾਸ ਨੂੰ ਪ੍ਰਗਟ ਕਰਦਿਆਂ ਅਸੀਂ ਰਾਜੀ ਰੱਖਾਂਗੇ। ਰਸੂਲਾਂ ਦਾ ਕਲਮਾ। ਮੈਂ ਖੁਦਾ ਉਤੇ ਈਮਾਨ ਰੱਖਦਾ ਹਾਂ, ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨੇ ਵਾਲਾ ਹੈ। ਮੈਂ ਯਿਸੂ ਮਸੀਹ ਤੇ ਈਮਾਨ ਰੱਖਦਾ ਹਾਂ, ਜਿਹੜਾ ਉਸ ਦਾ ਇਕਲੌਤਾ ਬੇਟਾ ਤੇ ਸਾਡਾ ਖੁਦਾਵੰਦ ਹੈ। ਉਹ ਰੂਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਅਮ ਦੇ ਘਰ ਵਿੱਚ ਪਿਆ ਤੇ ਉਸ ਤੋਂ ਜੰਮਿਆ। ਉਸ ਨੇ ਪੈਂਤੂਸ ਪਿਲਾਤੂਸ ਦੇ ਹੱਥ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚਾੜਿਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਵਰਜਿਕ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ